ਪਟਿਆਲਾ ਫੋਕਸ ਨੇ ਪਟਿਆਲਵੀਆਂ ਦੇ ਕੀਰਤੀਮਾਨ ਨੂੰ ਡਿਜੀਟਾਈਜ਼ ਕਰਨ ਦੇ ਉਪਰਾਲਿਆਂ ਤਹਿਤ ਪਟਿਆਲਾ ਦੀ ਦਿੱਗਜ ਸ਼ਖਸੀਅਤਾਂ ਵਿੱਚੋਂ ਡਾਕਟਰ ਕੀਰਤੀ ਸ਼ਰਮਾ, ਆਯੁਰਵੇਦਾਚਾਰੀਆ ਦੇ ਸਪੁੱਤਰ ਡਾਕਟਰ ਪੰਡਿਤ ਅਜੇ ਸ਼ਰਮਾ BAMS, ਜਿਨ੍ਹਾਂ ਨੇ ਆਯੁਰਵੇਦਾਚਾਰੀਆ ਡਾਕਟਰ ਦੇ ਤੌਰ 'ਤੇ ਆਯੁਰਵੈਦਿਕ ਹਸਪਤਾਲ ਪਟਿਆਲਾ ਤੇ ਆਯੁਰਵੈਦਿਕ ਕਾਲਜ ਪਟਿਆਲਾ ਵਿਖੇ ਸੇਵਾ ਨਿਭਾਈਆਂ ਹਨ। ਡਾਕਟਰ ਸਾਹਿਬ ਖੁਦ ਆਪਣੀ ਜ਼ੁਬਾਨੀ ਆਪਣੀ ਕਾਰਗੁਜ਼ਾਰੀਆਂ ਤੇ ਪ੍ਰਾਪਤੀਆਂ ਸੰਬੰਧੀ ਰੂਬਰੂ ਹੋ ਰਹੇ ਹਨ। ਆਓ ਇਹਨਾਂ ਤੋਂ ਹੀ ਜਾਣਦੇ ਹਾਂ। ਮੈਂ ਡਾਕਟਰ ਅਜੇ ਸ਼ਰਮਾ ਇੱਕ ਆਯੁਰਵੈਦਿਕ ਪ੍ਰੈਕਟੀਸ਼ਨਰ ਹਾਂ। I belong to a family which established Ayurveda in this region of the country. मैं बहुत लकी हाँ कि मेरे ग्रैंडफादर ਜਿਹੜੇ ਸੀਗੇ, he was personal physician to ਮਹਾਰਾਜ ਭੁਪਿੰਦਰ ਸਿੰਘ ਜੀ, ਤੇ ਉਹਨਾਂ ਨੇ ਰਾਜਵੈਦ ਪਟਿਆਲਾ ਸਟੇਟ ਦੇ ਅੰਦਰ ਲਗਾਇਆ। ਮਹਾਰਾਜ ਸਾਹਿਬ ਦੇ ਸਰਪ੍ਰਸਤੀ ਦੇ ਥੱਲੇ ਆਯੁਰਵੈਦਿਕ ਡਿਪਾਰਟਮੈਂਟ, ਆਯੁਰਵੈਦਿਕ ਕਾਲਜ, ਆਯੁਰਵੈਦਿਕ ਹਸਪੀਟਲ, ਆਯੁਰਵੈਦਿਕ ਫਾਰਮੇਸੀ ਇੱਥੇ ਐਸਟੈਬਲਿਸ਼ ਹੋਈ। ਮੇਰੇ ਤਾਇਆ ਜੀ ਪੰਡਿਤ ਸ਼ਿਵ ਸ਼ਰਮਾ ਜੀ was a world renowned Ayurvedic physician. He was a member parliament, Padam Vibhushan, and was personal physician to the President of India. ਆਯੁਰਵੇਦ ਨੂੰ ਐਸਟੈਬਲਿਸ਼ ਕਰਨ ਦੇ ਅੰਦਰ, ਸੈਂਟਰਲ ਕਾਉਂਸਲ ਆਫ ਇੰਡੀਅਨ ਮੈਡੀਸਨ ਬਣਾਉਣ ਦੇ ਅੰਦਰ, CCIRS ਬਣਾਉਣ ਦੇ ਅੰਦਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ, ਬੀਇੰਗ ਐਨ MP ਰਿਹਾ। ਉਸ ਤੋਂ ਬਾਅਦ ਮੇਰੇ ਫਾਦਰ ਪੰਡਿਤ ਕੀਰਤੀ ਸ਼ਰਮਾ ਜੀ, he was principal here in the Government Ayurvedic College Patiala and was founder director CRIA Patiala and National Institute of Ayurveda Jaipur। ਮੈਨੂੰ ਸੁਭਾਗ ਪ੍ਰਾਪਤ ਹੋਇਆ ਆਪਣੀ ਪ੍ਰੋਫੈਸ਼ਨਲ ਐਜੂਕੇਸ਼ਨ ਪਟਿਆਲੇ 'ਚੋਂ ਲੈਣ ਦਾ। ਗਵਰਨਮੈਂਟ ਆਯੁਰਵੈਦਿਕ ਕਾਲਜ ਪਟਿਆਲਾ ਤੋਂ ਮੈਂ BMS ਕੀਤੀ, 86 ਪਾਸ ਆਊਟ, ਐਂਡ being the topper I was awarded the university gold medal। 86 ਤੋਂ ਬਾਅਦ ਫਿਰ ਮੈਂ MD ਜੁਆਇਨ ਕੀਤੀ। MD ਮੈਂ with distinction ਪਾਸ ਕੀਤੀ, and I'm sure I was the first student in this university to pass the MD with distinction। ਉਸ ਤੋਂ ਬਾਅਦ ਮੈਂ ਚੰਡੀਗੜ੍ਹ ਧਨਵੰਤਰੀ ਕਾਲਜ ਦੇ ਅੰਦਰ ਅਸਿਸਟੈਂਟ ਪ੍ਰੋਫੈਸਰ ਐਂਡ ਹੈਡ ਆਫ ਦ ਡਿਪਾਰਟਮੈਂਟ ਕਾਇਆ ਚਿਕਿਤਸਾ ਦੇ ਰੂਪ 'ਚ 10 ਸਾਲ ਕੰਮ ਕੀਤਾ, ਔਰ ਅੱਜ ਮੈਂ ਚੰਡੀਗੜ੍ਹ ਦੇ ਅੰਦਰ ਪ੍ਰੈਕਟਿਸ ਕਰ ਰਿਹਾ। ਕੋਈ ਵੀ ਪੈਥੀ ਜਿਹੜੀ ਹੈਗੀ ਹੈ ਉਹ ਗਲਤ ਨਹੀਂ ਹੈ, ਜਿੰਨੀਆਂ ਚਾਹੇ ਐਲੋਪੈਥੀ ਹੈ, ਚਾਹੇ ਆਯੁਰਵੇਦ ਹੈ, ਚਾਹੇ ਹੋਮਿਓਪੈਥੀ ਹੈ, ਯੂਨਾਨੀ ਹੈ, ਜਿੰਨੇ ਵੀ ਸਿਸਟਮਸ ਬਣੇ ਹੈ, ਇਹ ਸਾਰੇ ਹੀ ਸਿਸਟਮ ਹਿਊਮੈਨਿਟੀ ਦੇ ਫਾਇਦੇ ਵਾਸਤੇ ਬਣੇ ਨੇ। ਬਟ ਬੀਇੰਗ ਅ ਗ੍ਰੈਜੂਏਟ and a postgraduate in Ayurveda, I am practicing Ayurvedic practice। ਆਯੁਰਵੇਦ ਦੀ ਖੂਬਸੂਰਤੀ ਇਹ ਹੈ ਕਿ ਜਿਹੜੀ ਅੱਜ ਦੀ ਸਾਇੰਸ ਹੈ ਉਹਦੇ ਅੰਦਰ ਅੱਜ ਇੱਕ ਚੀਜ਼ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ this is very good, and after few years a new research comes which says no, this is not good, this is bad for you, you should not take it। But the beauty for Ayurveda, ਤੁਸੀਂ ਦੇਖੋ ਕਿ ਕਿੰਨੇ ਹਜ਼ਾਰ ਸਾਲ ਸਿੰਸ ਟਾਈਮ ਇਮੈਮੋਰੀਅਲ ਆਯੁਰਵੇਦ ਦੇ ਜਿਹੜੇ ਸਿਸਟਮ ਹੈਗੇ ਆ ਉਸੇ ਤਰੀਕੇ ਨਾਲ ਚਲੇ ਆ ਰਹੇ। ਨਵੀਂ ਰਿਸਰਚ ਜੁੜ ਰਹੀ ਹੈ, ਲੇਕਿਨ ਵਟ ਐਵਰ ਵੀ ਹੈਡ ਬੀਨ ਟੌਟ ਔਰ ਵਟ ਐਵਰ ਹੈਡ ਬੀਨ ਰਿਟਨ ਇਨ ਦ ਟੈਕਸਟ, that is proven, that has never been changed। the effect of the medicines, ਉਹਨਾਂ ਦੇ ਲੈਣ ਦਾ ਤਰੀਕਾ, ਔਰ ਸਭ ਤੋਂ ਵਧੀਆ ਚੀਜ਼ ਆਯੁਰਵੇਦ ਦੇ ਅੰਦਰ ਇਹ ਹੈ ਕਿ this is the science ਜਿਹਨੇ ਸਭ ਤੋਂ ਪਹਿਲਾਂ ਇਹ ਸਿਖਾਇਆ ਕਿ ਰਸਾਇਣ ਚਿਕਿਤਸਾ ਕੀ ਹੈ? ਟੂ ਕ੍ਰੀਏਟ ਦਾ ਇਮਿਊਨਿਟੀ ਇਨ ਦਾ ਬੋਡੀ, ਤੁਹਾਡੇ ਸਰੀਰ ਨੂੰ ਠੀਕ ਰੱਖਣਾ ਕਿ ਉਹ ਬਿਮਾਰੀ ਨਾ ਹੋਵੇ। ਫਸਟ ਆਫ ਆਲ ਟੂ ਮੇਨਟੇਨ ਦਾ ਹੈਲਥ ਆਫ ਦਾ ਹੈਲਦੀ, ਦੈਟ ਇਜ਼ ਸਵਾਸਥਯ ਸਵਾਸਥਯ ਰਕਸ਼ਣਮ। ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਆਇਆ, ਦੈਟ ਇਜ਼ ਅਤੁਰस्य ਰੋਗ ਵਿਕਾਰ ਪ੍ਰਸ਼ਨਮ, that is to cure the ailing। ਆਯੁਰਵੇਦ
ਦੇ ਲਈ ਲੋਕਾਂ ਦੇ ਦਿਮਾਗ ਦੇ ਅੰਦਰ ਜਾਂ ਕਹਿ ਲਈਏ ਕਿ ਜਦੋਂ ਫੋਰਨ ਇਨਵੇਜਨਸ ਹੋਈਆਂ ਉਹਨਾਂ ਨੇ ਬਹੁਤ ਵੱਡਾ ਭਰਮ ਪੈਦਾ ਕਰਤਾ ਕਿ ਆਯੁਰਵੈਦਿਕ ਦਵਾਈਆਂ ਜਿਹੜੀ ਹੈਗੀਆਂ ਉਹ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ। ਇਫ ਇਨ ਕੀਮੋਥੈਰੇਪੀ platinum can be used, why not gold in Ayurveda? Swarnapasam is a nanoparticle of gold which is consumed by the body, which is not retained by the body but consumed by the body, and when it is consumed it gives the best of the effects to the body. ਇਸੇ ਤਰੀਕੇ ਨਾਲ ਹੋਰ ਚੀਜ਼ ਅੱਛਾ ਫਿਰ ਇੱਕ ਆਯੁਰਵੇਦ ਬਾਰੇ ਭਰਮ ਫੈਲਾਇਆ ਹੋਇਆ ਕਿ ਜੀ ਆਯੁਰਵੈਦਿਕ ਮੈਡੀਸਨ ਜਿਹੜੀ ਹੈਗੀ ਆ ਉਹ ਬਹੁਤ ਦੇਰ ਨਾਲ ਅਸਰ ਕਰਦੀ ਹੈ। ਨੋ, ਦਿਸ ਇਜ਼ ਟੋਟਲੀ ਅ ਰੋਂਗ ਕੰਸੈਪਸ਼ਨ, ਮਿਸਕਨਸੈਪਸ਼ਨ। ਰੀਜ਼ਨ ਬੀਇੰਗ ਸਮਟਾਈਮਸ ਅ chronic patient after going through a treatment for a pretty long time with other pathies then comes to us at a very later stage. Obviously ਕੋਈ ਬੰਦਾ ਜੇ 20 ਸਾਲ ਤੋਂ ਬਿਮਾਰ ਚੱਲ ਰਿਹਾ ਹੈ ਉਹਨੂੰ ਘੱਟੋ ਘੱਟ 20 ਹਫ਼ਤੇ ਤਾਂ ਲੱਗਣਗੇ ਆਰਾਮ ਆਉਣ 'ਚ। ਇਮੀਡੀਏਟਲੀ ਤਾਂ ਤੁਸੀਂ ਉਹਨੂੰ ਆਰਾਮ ਨਹੀਂ ਦੇ ਸਕਦੇ। ਆਯੁਰਵੇਦ ਨੂੰ ਜੇ ਪ੍ਰੋਪਰਲੀ ਫੋਲੋ ਕਰਿਆ ਚੱਲੇ ਉਹ ਸਿਰਫ ਤੁਹਾਡੇ ਰੋਗਾਂ ਨੂੰ ਦੂਰ ਕਰਨ ਵਾਸਤੇ ਨਹੀਂ ਹੈ, ਤੁਹਾਨੂੰ ਜੀਣ ਦਾ ਤਰੀਕਾ ਸਿਖਾਉਂਦੀ ਹੈ। ਆਚਾਰ ਰਸਾਇਣ ਹੈ, ਤੁਹਾਨੂੰ ਕਿਵੇਂ ਬਿਹੇਵ ਕਰਨਾ ਚਾਹੀਦਾ, ਸੁਸਾਇਟੀ ਦੇ ਅੰਦਰ ਕਿਵੇਂ ਰਹਿਣਾ ਚਾਹੀਦਾ ਹੈ। ਆਹਾਰ ਰਸਾਇਣ ਹੈ, ਤੁਹਾਨੂੰ ਕਿਸ ਟਾਈਪ ਦੀ ਰੋਟੀ ਖਾਣੀ ਚਾਹੀਦੀ ਹੈ, ਕਿਹੜੇ ਸੀਜ਼ਨ ਦੇ ਅੰਦਰ ਕਿਹੜੀਆਂ ਸਬਜ਼ੀਆਂ ਕਿਹੜੇ ਫਰੂਟਸ ਕਿਸ ਤਰੀਕੇ ਨਾਲ ਖਾਣੇ ਚਾਹੀਦੇ ਹੈ, ਕਿਸ ਟਾਈਮ ਦੇ ਉੱਪਰ ਰੋਟੀ ਖਾਣੀ ਚਾਹੀਦੀ ਹੈ, ਕਿਸ ਟਾਈਮ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਕਿੰਨੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਹੁਣ ਇੱਕ ਬੰਦਾ ਜਿਹੜਾ ਹੈਗਾ ਉਹ 15 ਕਿਲੋਮੀਟਰ ਦੀ ਜੋਗਿੰਗ ਕਰ ਲੈਂਦਾ, ਬਟ ਇਟ ਇਜ਼ ਨਾਟ ਗੁੱਡ ਫॉर ਐਵਰੀਬਡੀ। ਹਰੇਕ ਦੇ ਸਰੀਰ ਦੀ ਜਿਹੜੀ ਆਪਣੀ ਕਪੈਸਿਟੀ ਹੈ ਉਹ ਡਿਫਰ ਕਰਦੀ ਹੈ। ਜੋ ਜੇ ਅਸੀਂ ਆਪਣੀ ਕਪੈਸਿਟੀ ਤੋਂ ਵੱਧ ਖਾ ਲਾਂਗੇ ਜਾਂ ਆਪਣੀ ਕਪੈਸਿਟੀ ਤੋਂ ਜ਼ਿਆਦਾ ਐਕਸਰਸਾਈਜ਼ ਕਰਾਂਗੇ ਤਾਂ ਦੈਟ ਵਿਲ ਬੀ ਹਾਰਮਫੁਲ ਫॉर ਦ ਬੋਡੀ, ਐਂਡ ਦੈਟ ਇਜ਼ ਵਾਟ ਆਯੁਰਵੇਦ ਟੌਟਸ ਸਿਖਾਉਂਦਾ ਹੈ, ਤੁਹਾਨੂੰ ਰਸਤਾ ਦਿਖਾਉਂਦਾ ਹੈ। ਜੇ ਅਸੀਂ ਲੋਕ ਆਯੁਰਵੇਦ ਦਾ ਪ੍ਰੋਪਰ ਰਸਤਾ ਫੋਲੋ ਕਰ ਲਈਏ, ਟੀਚਿੰਗਸ ਨੂੰ ਫੋਲੋ ਕਰ ਲਈਏ ਤਾਂ ਆਲਮੋਸਟ 70-80% ਬਿਮਾਰੀਆਂ ਤੋਂ ਤਾਂ ਅਸੀਂ ਵੈਸੇ ਹੀ ਬਚ ਜਾਂਦੇ ਹਾਂ। ਜਿਹੜੀਆਂ ਸੀਜ਼ਨਲ ਬਿਮਾਰੀਆਂ ਹੈਗੀਆਂ ਉਹਨਾਂ ਤੋਂ ਬਚ ਜਾਂਦੇ ਹਾਂ, ਸਾਨੂੰ ਮੈਡੀਸਿਨਸ ਖਾਣ ਦੀ ਲੋੜ ਹੀ ਨਹੀਂ ਪੈਂਦੀ। ਸੋ what I have seen in almost 36 years of my experience being an Ayurvedic physician, I have seen a lot of many patients getting cured of the diseases which are said to be uncurable. For an example, ankylosing spondylitis. Ankylosing spondylitis ਜਿਹੜਾ ਹੈਗਾ ਆਯੁਰਵੇਦ ਦੇ ਅੰਦਰ ਆਮ ਵਾਤ ਰੋਗ ਦੇ ਅੰਤਰਗਤ ਲਿਆ ਜਾਂਦਾ ਹੈ। ਇੱਕ ਵਾਤ ਵਿਆਧੀ ਹੈ ਜਿਹਦੇ ਅੰਦਰ ਕੀ ਹੈ ਕਿ ਤੁਹਾਡਾ ਜਿਹੜਾ ਜੁਆਇੰਟ ਹੈ ਉਹ ਜੁੜ ਜਾਂਦਾ ਹੈ। ਦੇਰ ਆਰ ਥੈਰੇਪੀਜ਼, ਪੰਚਕਰਮਾ ਥੈਰੇਪੀ ਹੈ, ਦੇਰ ਆਰ ਮੈਡੀਸਨਸ ਜਿਨ੍ਹਾਂ ਦੇ ਨਾਲ ਉਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਨੋਟ ਡੋਂਟ ਸੇ ਭਈ 100%, ਯੈਸ ਓਬਵੀਅਸਲੀ ਜੇ ਜੁਆਇੰਟ ਚੇਂਜ ਕਰਾਉਣ ਦੀ ਜਗ੍ਹਾ ਤੁਸੀਂ 90% ਆਪਣੇ ਨੈਚੁਰਲ ਜੁਆਇੰਟ ਨੂੰ ਠੀਕ ਕਰ ਲਓ ਅਤੇ ਤੁਹਾਡੀ ਬਾਡੀ ਦੀ ਮੂਵਮੈਂਟ ਠੀਕ ਹੋਣੀ ਸ਼ੁਰੂ ਹੋ ਜਾਏ, ਤੁਹਾਡੀ ਪੇਨ ਖਤਮ ਹੋ ਜਾਏ, ਉਸ ਤੋਂ ਵਧੀਆ ਕੀ ਚੀਜ਼। ਸਾਨੂੰ ਫਿਰ ਸਰਜਰੀ ਕਰਾਉਣ ਦੀ ਜਾਂ ਆਰਟੀਫਿਸ਼ੀਅਲ ਜੁਆਇੰਟ ਪਵਾਉਣ ਦੀ ਕੀ ਲੋੜ ਹੈ। ਯੈਸ, ਐਟ ਅ ਸਟੇਜ ਜਿੱਥੇ ਤੁਹਾਡਾ ਜੁਆਇੰਟ ਬਿਲਕੁਲ ਹੀ ਖਤਮ ਹੋ ਗਿਆ, ਆਸਟੋਪੋਰੋਸਿਸ ਹੋ ਗਿਆ, ਖਤਮ ਹੀ ਹੈ, ਕੁਛ ਨਹੀਂ ਕਰ ਸਕਦੇ, ਤੁਹਾਡਾ ਜਿਹੜਾ ਸਰੀਰ ਹੈ ਉਹ ਮੈਡੀਸਨ ਨੂੰ ਪ੍ਰੋਪਰ ਰਿਸਪੌਂਡ ਨਹੀਂ ਕਰ ਰਿਹਾ ਹੈਗਾ, ਉੱਥੇ ਯੈਸ ਈਵਨ in Charak Samhita, which is known to be the most authentic book on medicine in Ayurveda, ਉੱਥੇ ਵੀ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ, ਇਤੀ ਸੁਸ਼ਰੁਤ ਅਧਿਕਾਰੀ, ਕਿ ਨਾਓ ਜਿਹੜਾ ਮੈਡੀਸਨ ਦਾ ਫੀਲਡ ਹੈ ਉਹ ਇੱਥੇ ਆ ਕੇ ਰੁਕ ਗਿਆ। ਹੁਣ ਇਸ ਤੋਂ ਅੱਗੇ ਜਿਹੜੀ ਹੈਗੀ ਹੈ ਸਰਜਰੀ ਦੀ ਜ਼ਰੂਰਤ ਹੈ। ਯੈਸ, ਦੈਨ ਗੋਇੰਗ ਫॉर ਸਰਜਰੀ। ਜਿੱਥੇ ਰਿਕਮੈਂਡ ਹੋਵੇ ਉੱਥੇ ਸਰਜਰੀ ਜ਼ਰੂਰ ਜਾਣਾ ਹੈ, ਬਟ ਜਿੱਥੇ ਤੁਸੀਂ ਕਿਸੇ ਚੀਜ਼ ਨੂੰ ਅਵੋਇਡ ਕਰ ਸਕਦੇ ਹੋ, ਸਰਜਰੀ ਨੂੰ ਅਵੋਇਡ ਕਰ ਸਕਦੇ ਹੋ, ਉੱਥੇ ਯੈਸ ਵੀ ਕੈਨ ਟਰੀਟ ਅ ਪਰਸਨ ਵਿਦ ਮੈਡੀਸਨ, ਮੇਕ ਹਿਸ ਔਰ ਹਰ ਲਾਈਫ ਕੰਫਰਟੇਬਲ। ਬਾਕੀ ਇਮਿਊਨਿਟੀ ਵਧਾਉਣਾ ਸਰੀਰ ਦੀ, ਉਹਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ। ਇਹ ਚੀਜ਼ਾਂ ਹੋਣਗੀਆਂ ਤਾਂ ਇਨਫੈਕਸ਼ਨਸ ਡਿਜ਼ੀਜ਼ ਤੋਂ ਤੁਸੀਂ ਆਪਣੇ ਆਪ ਹੀ ਬਚਦੇ ਰਹੋਗੇ। ਨਾਓ ਫੋਰ ਐਗਜ਼ਾਮਪਲ, ਜਿਹੜਾ TB ਦਾ ਕੀਟਾਣੂ ਹੈ ਉਹ ਹਰੇਕ ਦੇ ਸਰੀਰ 'ਚ ਬੈਠਾ ਹੈ। ਜਿਸ ਕਿਸੇ ਬੰਦੇ ਦੀ ਇਮਿਊਨਿਟੀ ਘੱਟ ਹੋਏਗੀ, ਹੀ ਵਿਲ ਬੀ ਅਫੈਕਟਡ ਬਾਈ ਦੀ ਟਿਊਬਰਕਲੋਸਿਸ। ਸੋ ਮੇਰਾ ਐਕਸਪੀਰੀਅੰਸ ਜਿਹੜਾ ਹੈਗਾ ਇਹ ਕਹਿੰਦਾ ਕਿ ਯੈਸ ਦੇਰ ਇਜ਼ no other pathy as good as Ayurveda, ਜਿਹੜੀ ਕਿ ਇੱਕ ਕੰਪਲੀਟ ਪੈਥੀ ਹੈ।
ਜਿਹੜੀ ਨਾ ਸਿਰਫ ਕਿ ਤੁਹਾਡੇ ਬਿਮਾਰੀ ਨੂੰ ਠੀਕ ਕਰਨ ਵਾਸਤੇ, ਤੁਹਾਡੇ ਜਿਹੜਾ ਹੈਲਦੀ ਬੋਡੀ ਹੈ, ਹੈਲਦੀ ਬੋਡੀ ਦੀ ਹੈਲਥ ਨੂੰ ਵੀ ਮੇਨਟੇਨ ਕਰਨ ਦੇ ਅੰਦਰ ਤੁਹਾਨੂੰ ਗਾਈਡ ਕਰਦੀ ਹੈ, ਤੁਹਾਨੂੰ ਹੈਲਪ ਕਰਦੀ ਹੈ। ਦੇਰ ਆਰ ਗਰੁੱਪ ਆਫ ਹਰਬਸ ਲਾਈਕ ਗਿਲੋ, ਅਸ਼ਵਗੰਧਾ, ਸ਼ਤਾਵਰੀ, ਮੁਸਲੀ, ਜਿਹੜੀਆਂ ਆਮ ਟਾਕਿੰਗ ਅਬਾਊਟ ਜਸਟ ਸਿੰਪਲ ਹਰਬਸ। ਐਂਡ ਪਲੀਜ਼ ਡੋਂਟ ਗੋ ਆਫਟਰ ਦ ਨੇਮਸ because you don't know the effects of these medicine and how it is to be consumed. So ਇਹ ਜਿਹੜੀਆਂ ਮੈਡੀਸਿਨਸ ਹੈਗੀਆਂ ਇਹ ਆਪਣੇ ਆਪ ਨਹੀਂ ਲੈਣੀਆਂ ਚਾਹੀਦੀਆਂ, though they are very safe। ਆਪਣੇ ਫਿਜ਼ੀਸ਼ੀਅਨ ਦੀ ਸਲਾਹ ਨਾਲ, ਆਪਣੇ ਡਾਕਟਰ ਦੀ ਸਲਾਹ ਨਾਲ ਕਿੰਨੀ ਡੋਜ਼, ਕਿਹੜੀ ਚੀਜ਼ ਤੁਹਾਡੀ ਬਾਡੀ ਦੀ ਜਿਹੜੀ ਨੇਚਰ ਹੈਗੀ ਹੈ, ਵਾਤਿਕ ਹੈ, ਪੈਥਿਕ ਹੈ, ਕਫਜ ਹੈ, ਉਹਦੇ ਅਕੋਰਡਿੰਗਲੀ ਕਿਹੜੀ ਤੁਹਾਡੇ ਵਾਸਤੇ ਸੂਟੇਬਲ ਹੈ, ਉਹ ਆਪਣੇ ਫਿਜ਼ੀਸ਼ੀਅਨ ਨੂੰ ਲੈ ਕੇ ਲੈਣੀ ਚਾਹੀਦੀ ਹੈਗੀ। ਮੇਰਾ ਤਾਂ ਇਹੀ ਕਹਿਣਾ ਹੈ ਕਿ ਅਸੀਂ ਆਪਣੀ ਦੇਸ਼ ਦੀ ਜਿਹੜੇ ਸਾਡੇ ਪੁਰਖਾਂ ਦੀ ਬਣਾਈ ਹੋਈ ਇੱਕ ਪੈਥੀ ਹੈ, ਇੱਕ ਸਿਸਟਮ ਆਫ ਮੈਡੀਸਨ ਹੈ, ਉਹਨੂੰ ਫੋਲੋ ਕਰੀਏ ਅਤੇ ਸੁਖੀ ਅਤੇ ਸਵਸਥ ਜੀਵਨ ਨੂੰ ਫੋਲੋ ਕਰੀਏ। ਇਸ ਦੇ ਨਾਲ ਨਾਲ ਮੈਂ ਪਟਿਆਲਾ ਫੋਕਸ ਦੀ ਟੀਮ ਦਾ ਬਹੁਤ ਧੰਨਵਾਦੀ ਹਾਂ। ਥੈਂਕ ਯੂ।